अस्सलामुअलैकुम, ਕੀ ਹਾਲ ਹੈ ਬਾਈ ਫਰਾਨ? ਠੀਕ ਹੋ? ਖਰੀਦ ਤੇ ਸਰ ਜੀ, ਮੈਂ ਜਮੀਲ ਪੈਸ ਸਪੇਨ ਤੋਂ ਬੋਲ ਰਿਹਾ ਹਾਂ ਅਤੇ ਤੁਹਾਨੂੰ ਦੱਸਿਆ ਸੀ ਕਿ ਤੁਹਾਡੀਆਂ YouTube ਤੋਂ ਵੀਡੀਓ ਮੈਂ ਕਾਫੀ ਦੇਖਦਾ ਵਾਂ ਅਤੇ ਮੈਂ ਨਾ 2 ਸਾਲ ਪਹਿਲੇ ਨਾ 5-6 ਬੱਕਰੀਆਂ ਲੈ ਕੇ ਕਿਸੇ ਨੂੰ ਦਿੱਤੀਆਂ ਸੀ ਦਿਹਾੜੇ 'ਤੇ। ਉਹਨਾਂ ਸਾਰੀਆਂ ਦਾ ਬੇੜਾ ਗਰਕ ਹੋ ਗਿਆ। ਹੁਣ ਇੱਕ ਬਚੀ ਹੈ, ਉਹਨਾਂ ਸਰਦੀ 'ਚ ਬਾਹਰ ਬੰਨੀ ਰੱਖੀ ਹੈ, ਸ਼ਾਇਦ ਜਾਂ ਕੀ ਉਹਨੂੰ ਸਰਦੀ ਹੋ ਗਈ ਹੈ ਅਤੇ ਹੁਣ 4-5 ਦਿਨ ਹੋ ਗਏ ਨੇ ਉਹ ਸਾਡੇ ਘਰ ਛੱਡ ਗਏ ਨਾ ਪਿੱਛੇ। ਅਤੇ ਉਹ ਪਹਿਲੇ ਤਾਂ ਕੋਈ ਖਾਂਦੀ ਪੀਂਦੀ ਨਹੀਂ ਸੀ, ਲੇਕਿਨ ਉਹ ਡਾਕਟਰ ਨੂੰ ਦਿਖਾਈ, ਉਹਨੇ ਇਹਨੂੰ ਫਲਾਸ਼ ਚੀਜ਼ ਦਿਓ, ਫਲਾਣ ਦਿਓ, ਉਹ ਦਿੱਤੀ ਨੇ ਅਤੇ ਉਹ ਖਾਣ ਲੱਗ ਪਈ ਹੈ। ਲੇਕਿਨ ਹੁਣ 2 ਦਿਨ ਹੋ ਗਏ ਨੇ ਉਹ ਬੈਠੀ ਉੱਠਦੀ ਨਹੀਂ, ਲੇਕਿਨ ਉਹ ਸੌਣ ਵਾਲੀ ਹੈ। ਠੀਕ ਹੈ, ਇਹਦੇ ਬਾਰੇ ਤਾਂ ਕੋਈ ਮਸ਼ਵਰਾ ਦਿਓ। ਉਹ 2-3 ਦਿਨ ਹੋ ਗਏ ਨੇ ਬੈਠੀ ਹੈ ਹਾਲੇ ਤੱਕ। ਅਤੇ ਜੇ ਕਹਿੰਦੇ ਹੋ ਮੈਂ ਤੁਹਾਨੂੰ ਉਹਦੀ ਤਸਵੀਰ ਸੈਂਡ ਕਰ ਦਿੰਦਾ ਵਾਂ। ਸਰ ਇਹਦੇ ਵਿੱਚ ਨਾ ਬਹੁਤ ਸਾਰੀ ਵਜੂਹਾਤ ਆ ਸਕਦੀਆਂ। ਮੇਨ ਵਜੂਹਾਤ ਹੁੰਦੀ ਹੈ ਗਲੂਕੋਜ਼ ਦੀ ਕਮੀ ਔਰ ਵਿਟਾਮਿਨ ਦੀ ਕਮੀ ਜਾਂ ਮਿਨਰਲ ਦੀ ਕਮੀ। ਇਹ 3 ਡੈਫੀਸ਼ੀਐਂਸੀਆਂ ਜਿਹੜੀਆਂ ਨਾ ਬਹੁਤ ਕਾਮਨ ਪਾਈਆਂ ਜਾਂਦੀਆਂ ਜਾਨਵਰਾਂ। ਜਿਸ ਟਾਈਮ ਜਾਨਵਰ ਕੋਲ ਬੱਚੇ ਜ਼ਿਆਦਾ ਹੁੰਦੇ ਆ ਔਰ ਉਹਦੀ ਮਾਂ ਦਾ ਬਾਡੀ ਸਕੋਰ ਪਹਿਲੇ ਹੀ ਵੀਕ ਹੁੰਦਾ ਵਾ, ਕਮਜ਼ੋਰ ਹੁੰਦਾ ਵਾ, ਉਹਦੇ ਵਿੱਚ ਜਿਹੜੀਆਂ ਸਾਲ ਦੇ ਵਿੱਚ 2 ਦਫਾ ਬੱਚੇ ਪੈਦਾ ਕਰਨ ਵਾਲੀਆਂ ਬੱਕਰੀਆਂ ਵਾ, ਜਾਂ ਇਸ ਤੋਂ ਇਲਾਵਾ ਠੀਕ ਹੋ ਗਿਆ ਕਮਜ਼ੋਰ ਬੱਕਰੀਆਂ ਵਾ, ਜਾਂ ਜ਼ਿਆਦਾ ਮਿਲਕ ਦੇਣ ਵਾਲੀਆਂ ਬੱਕਰੀਆਂ ਵੀ ਸ਼ਾਮਲ ਹੋ ਜਾਂਦੀਆਂ ਜਿਨ੍ਹਾਂ ਦੀ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ। ਐਸੇ ਜਾਨਵਰਾਂ ਦੀ ਜਿਸਲੇ ਪ੍ਰੈਗਨੈਂਸੀ ਦਾ ਟਾਈਮ ਆਉਂਦਾ ਵਾ, 3.5 ਮਹੀਨੇ ਤੋਂ ਉੱਤੇ ਦਾ ਟਾਈਮ ਹੁੰਦਾ ਵਾ, ਤਾਂ ਬੱਚੇ ਖੁਰਾਕ ਜਿਹੜੀ ਉਹ ਮਾਂ ਦੇ ਪੇਟ 'ਚੋਂ ਹਾਸਿਲ ਕਰਨਾ ਜੇ ਉਹ ਕਰ ਰਹੇ ਹੁੰਦੇ ਉਸ ਤੋਂ ਡਬਲ ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹ ਫਿਰ ਬੱਕਰੀ ਦੀਆਂ ਹੱਡੀਆਂ 'ਚ ਲੈਣਾ ਸ਼ੁਰੂ ਕਰ ਦਿੰਦੇ ਆ, ਜਿਹਦੀ ਵਜ੍ਹਾ ਨਾਲ ਵਿਟਾਮਿਨ ਏ ਦੀ ਕਮੀ, B12 ਦੀ ਕਮੀ ਬਹੁਤ ਜ਼ਿਆਦਾ ਜਾਨਵਰ ਨੂੰ ਹੋ ਜਾਂਦੀ ਹੈ। ਠੀਕ ਹੋ ਗਿਆ, ਗਲੂਕੋਜ਼ ਦੀ ਕਮੀ ਵੀ ਆ ਜਾਂਦੀ ਹੈ, ਕੈਲਸ਼ੀਅਮ ਦੀ ਕਮੀ ਵੀ ਆ ਜਾਂਦੀ ਹੈ, ਜਿਸ ਵਜ੍ਹਾ ਤੋਂ ਜਾਨਵਰ ਬੈਠ ਜਾਂਦਾ ਵਾ ਔਰ ਫਿਰ ਉਹ ਜਾਨਵਰ ਜਿਹੜੀ ਡੇਟ 'ਤੇ ਬੱਚੇ ਨਹੀਂ ਪੈਦਾ ਕਰਦਾ, ਡਿਲੀਵਰੀ ਨਹੀਂ ਕਰਦਾ ਜਾਂ ਬੱਚੇ ਗਿਰਾ ਨਹੀਂ ਦਿੰਦਾ, ਉਨੀ ਡੇਟ 'ਤੇ ਉੱਠਦਾ ਨਹੀਂ ਗਾ। ਵਜ੍ਹਾ ਉਹਦੀ ਇਹ ਹੁੰਦੀ ਹੈ ਕਿ ਜਾਨਵਰ ਬੈਠਣੇ ਤੋਂ ਬਾਅਦ ਸਕੂਨ 'ਚ ਆ ਜਾਂਦਾ ਵਾ, ਰਿਲੈਕਸ ਹੋ ਜਾਂਦਾ ਵਾ, ਉਹਦੇ ਮਸਲ ਰਿਲੈਕਸ ਹੋ ਜਾਂਦੇ ਆ। ਇਸ ਤੋਂ ਉਹਦੇ ਜਿਹੜੇ ਬੱਚਿਆਂ ਦੀ ਗਰੋਥ ਆ ਹੋਰ ਜ਼ਿਆਦਾ ਤੇਜ਼ੀ ਨਾਲ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦੀ ਜਿਹੜੀ ਮੁਕੰਮਲ ਖੁਰਾਕ ਉਹਦੀ ਪ੍ਰੋਡਕਸ਼ਨ 'ਤੇ ਚਲੀ ਜਾਂਦੀ ਹੈ। ਇਹ ਕੁਦਰਤੀ ਅਮਲ ਹੈ। ਉਸ ਤੋਂ ਪਹਿਲੇ ਜਿਹੜੀ ਉਹਦੀ ਖੁਰਾਕ ਜਿੰਨੇ ਚੱਲਦਾ ਫਿਰਦਾ ਵਾ, ਉਹਦੀ ਜਿਹੜੀ ਖੁਰਾਕ ਆ ਉਹ ਪ੍ਰੋਡਕਸ਼ਨ 'ਤੇ ਜਿੰਨੀ ਪ੍ਰੋਡਕਸ਼ਨ ਦੀ ਜ਼ਰੂਰਤ ਹੈ, ਜਿੰਨੀ ਉਹਦੀ ਬਾਡੀ ਦੀ ਜ਼ਰੂਰਤ ਹੈ, ਦੋਵਾਂ ਦੇ ਵਿੱਚ ਮਿਕਸ ਹੋ ਕੇ ਜਾ ਰਹੀ ਹੋ ਜਾਂਦੀ ਹੈ। ਜਿਸ ਟਾਈਮ ਜਾਨਵਰ ਬੈਠ ਜਾਂਦਾ ਉਹਦੀ ਮੁਕੰਮਲ ਖੁਰਾਕ ਉਹਦੀ ਪ੍ਰੋਡਕਸ਼ਨ 'ਤੇ ਚੱਲ ਜਾਂਦੀ ਹੈ। ਜਿਸ ਟਾਈਮ ਪ੍ਰੋਡਕਸ਼ਨ 'ਤੇ ਖੁਰਾਕ ਜਾਂਦੀ ਹੈ ਅਤੇ ਜਿਹੜਾ ਜਾਨਵਰ ਫਿਰ ਜਿੰਨੀ ਦੇਰ ਤੱਕ ਬੱਚੇ ਪੈਦਾ ਨਹੀਂ ਕਰਦਾ ਸਹੀ ਹਾਲਾਤ 'ਤੇ ਜਾਂ ਗੈਰ ਸਹੀ ਹਾਲਾਤ ਦੇ ਵਿੱਚ, ਉਨੀ ਦੇਰ ਤੱਕ ਜਾਨਵਰ ਖੜ੍ਹਾ ਨਹੀਂ ਹੁੰਦਾ। ਸਭ ਤੋਂ ਵੱਡੀ ਜਿਹੜੀ ਚੀਜ਼ ਵੀਕਨੈਸ ਹੀ ਹੁੰਦੀ ਹੈ ਜਾਨਵਰ ਦੀ। ਇਹਦੇ ਵਿੱਚ ਬਹੁਤ ਸਾਰੀਆਂ ਟਰੀਟਮੈਂਟ ਹੈ। ਸਭ ਤੋਂ ਪਹਿਲੀ ਤਾਂ ਟਰੀਟਮੈਂਟ ਇਹ ਹੈ ਕਿ ਜਾਨਵਰ ਨੂੰ ਵਕਫੇ ਦੇ ਨਾਲ ਬੱਚੇ ਲਏ ਜਾਣ। ਦੂਸਰਾ ਇਹ ਹੈ ਕਿ ਜਿਹੜਾ ਫਸਟ 2-3 ਮਾਹ ਵਾ ਉਹਦੀ ਅੱਛੀ ਕੇਅਰ ਕੀਤੀ ਜਾਵੇ, ਉਹਦਾ ਬਾਡੀ ਸਕੋਰ ਅੱਛਾ ਰੱਖਿਆ ਜਾਵੇ, ਤਾਂ ਕਿ ਆਖਰੀ 1.5 ਮਾਹ ਦੇ ਵਿੱਚ ਬੱਚਾ ਖਾ ਵੀ ਜਾਵੇ ਖੁਰਾਕ, ਅਤੇ ਮਾਂ ਕੋਲ ਇੰਨੀ ਕੁ ਉਹਦੇ ਕੋਲ ਬਾਡੀ ਸਕੋਰ ਹੋਵੇ ਕਿ ਉਹ ਆਪਣੇ ਆਪ ਬਚਾ ਸਕੇ ਔਰ ਉਹਦਾ ਬੱਚਾ ਵੀ ਸਰਵਾਈਵ ਅੱਛੀ ਤਰ੍ਹਾਂ ਪੇਟ 'ਚ ਕਰ ਜਾਵੇ, ਬੱਚਾ ਗਿਰਾਏ ਨਾ। ਇਸ ਤੋਂ ਇਲਾਵਾ ਇੰਜੈਕਸ਼ਨ ਵਗੈਰਾ ਵੀ ਇਸਤੇਮਾਲ ਹੋ ਜਾਂਦੇ ਆ ਵਿਟਾਮਿਨ A3 ਦੇ, ਕੈਲਸ਼ੀਅਮ ਵਗੈਰਾ, ਕੈਲਸ਼ੀਅਮ ਦੇ ਪਾਊਡਰ, ਠੀਕ ਹੋ ਗਿਆ, ਔਰ ਗਲੂਕੋਜ਼ ਵਗੈਰਾ ਵੀ ਇਸਤੇਮਾਲ ਹੋ ਜਾਂਦਾ ਵਾ। ਸਭ ਤੋਂ ਜ਼ਿਆਦਾ ਜਿਹੜੀ ਮੇਨ ਵਜ੍ਹਾ ਵਾ ਆਉਂਦੀ ਜਾਨਵਰ ਦੇ ਵਿੱਚ ਉਹ ਸਿਰਫ ਕਮਜ਼ੋਰੀ ਹੈ, ਵੀਕਨੈਸ ਹੈ, ਕਿ ਜੋ ਜਾਨਵਰ ਦੀ ਰਿਕੁਆਇਰਮੈਂਟ ਉਹ ਪੂਰੀ ਨਹੀਂ ਹੋ ਰਹੀ। ਪੇਟ ਦੇ ਵਿੱਚ ਬੱਚੇ ਜ਼ਿਆਦਾ ਵਾ, ਜਾਨਵਰ ਕਮਜ਼ੋਰ, ਉਹਦੀ ਖੁਰਾਕ ਨਹੀਂ ਪੂਰੀ ਹੁੰਦੀ, ਜਾਨਵਰ ਉੱਠਣਾ ਬੈਠਣਾ ਖਤਮ ਕਰ ਜਾਂਦਾ, ਆਪਣੇ ਜਿਸਮ 'ਚ ਪਾਣੀ ਪਾ ਲੈਂਦਾ। ਪਾਣੀ ਦੀ ਵਜ੍ਹਾ ਨਾਲ ਉਹਦੀ ਜਿਹੜੀ ਬਾਡੀ ਦੀ ਹੀਟ ਆ ਉਹ ਘੱਟ ਹੋ ਜਾਂਦੀ ਹੈ। ਹੀਟ ਘੱਟ ਹੋਣ ਦੀ ਵਜ੍ਹਾ ਨਾਲ ਉਹਦੇ ਕੋਲ ਉੱਠਣਾ ਬੈਠਣ ਦੇ ਵਿੱਚ ਬੜੀ ਦੁਸ਼ਵਾਰੀ ਆਉਂਦੀ ਹੈ ਜਾਨਵਰ ਨੂੰ। ਆਹ ਚੀਜ਼ਾਂ ਹੁੰਦੀਆਂ ਜੀ ਜਿਹਦੀ ਵਜ੍ਹਾ ਨਾਲ ਜਾਨਵਰ ਬੈਠ ਜਾਂਦੇ ਆ।